बिस्मिल्लाहिर्रहमानिर्रहीम। अस्सलाम वालेकुम। ਵੱਡਾ ਆਦਮੀ ਬਣਨ ਵਾਸਤੇ ਆਪਣੀ ਸੋਚ ਨੂੰ ਤਬਦੀਲ ਕਰਨਾ ਚਾਹੀਦਾ ਹੈ। ਅਗਰ ਤੁਹਾਡੀ ਸੋਚ ਛੋਟੀ ਹੈ ਤੇ ਫਿਰ ਤੁਸੀਂ ਕੰਮ ਵੀ ਛੋਟੇ ਹੀ ਕਰੋਗੇ। ਅਗਰ ਤੁਸੀਂ ਵੱਡਾ ਕੋਈ ਕੰਮ ਕਰਨਾ ਚਾਹਦੇ ਜੇ ਤੇ ਆਪਣੀ ਸੋਚ ਨੂੰ ਵਸੀਹ ਤੇ ਵੱਡੇ ਪੈਮਾਨੇ ਤੇ ਜਿਹੜਾ ਲੈ ਜਾਓ। ਇੱਕ ਸਟੇਸ਼ਨ ਤੇ ਇੱਕ ਬਕਾਰੀ ਰਹਿੰਦਾ ਸੀ। ਉਹ ਜਦੋਂ ਰੇਲਵੇ ਸਟੇਸ਼ਨ ਤੇ ਆਣ ਕੇ ਤੇ ਟ੍ਰੇਨ ਰੁਕਦੀ ਸੀ, ਉਹ ਬਕਾਰੀ ਜਲਦੀ ਨਾਲ ਟ੍ਰੇਨ ਤੇ ਚੜ੍ਹ ਜਾਂਦਾ ਸੀ ਤੇ ਜਿੰਨੀਆਂ ਸਵਾਰੀਆਂ ਬੈਠੀਆਂ ਹੁੰਦੀਆਂ ਸੀ ਸਾਰਿਆਂ ਕੋਲੋਂ ਭੀਖ ਮੰਗਦਾ ਸੀ। ਇੱਕ ਦਿਨ ਉਹ ਸਟੇਸ਼ਨ ਤੇ ਬੈਠਾ ਭੀਖ ਮੰਗ ਰਿਹਾ ਸੀ। ਇੱਕ ਆਦਮੀ ਆਇਆ। ਉਹ ਕੋਈ ਵੇਖਣ ਦੇ ਵਿੱਚ ਅਮੀਰ ਆਦਮੀ ਲੱਗਦਾ ਸੀ। ਉਹਨੇ ਪੈਂਟ ਕੋਟ ਜਿਹੜਾ ਪਹਿਨਿਆ ਸੀ ਤੇ ਉਹਦੇ ਕੋਲ ਬਹੁਤ ਅੱਛਾ ਇੱਕ ਬੈਗ ਸੀ। ਉਸ ਬਕਾਰੀ ਨੇ ਸੋਚਿਆ ਵੀ ਇਹਦੇ ਕੋਲੋਂ ਭੀਖ ਮੰਗਨੇ ਆ, ਅੱਛਾ ਆਦਮੀ ਲੱਗਦਾ ਹੈ ਤੇ ਅੱਛੀ ਭੀਖ ਤੇ ਖੈਰਾਤ ਜਿਹੜੀ ਉਹ ਮਿਲ ਜਾਏ। ਉਹਦੇ ਕੋਲ ਗਿਆ ਤੇ ਜਾ ਕੇ ਤੇ ਉਹਨੇ ਖੈਰਾਤ ਦਾ ਮੁਤਾਲਬਾ ਕੀਤਾ। ਉਹ ਜਿਹੜਾ ਅਮੀਰ ਆਦਮੀ ਸੀ ਉਹਨੇ ਉਸ ਨੂੰ ਕਿਹਾ ਵੀ ਤੂੰ ਹਰ ਵਕਤ ਮੰਗਦਾ ਹੀ ਰਹਿਣਾ ਹੈ, ਕਿਸੇ ਨੂੰ ਕਦੀ ਕੁਝ ਦਿੱਤਾ ਹੀ ਕਿ ਮੰਗਦਾ ਹੀ ਰਹਿਣਾ। ਉਹ ਬਕਾਰੀ ਨੇ ਕਿਹਾ ਵੀ ਮੇਰੇ ਕੋਲ ਦੇਣ ਵਾਸਤੇ ਚੀਜ਼ ਕੋਈ ਨਹੀਂ ਹੈਗੀ, ਮੈਂ ਸਿਰਫ ਮੰਗਣਾ ਹੀ ਹੈ। ਉਸਨੇ ਕਿਹਾ ਵੀ ਮੈਂ ਇੱਕ ਬਿਜ਼ਨਸਮੈਨ ਆ ਤੇ ਮੈਂ ਜਿਹੜਾ ਨਾ ਇਸ ਚੀਜ਼ ਨੂੰ ਨਹੀਂ ਮੰਨਦਾ। ਮੈਂ ਇਸ ਚੀਜ਼ ਨੂੰ ਮੰਨਣਾ ਵੀ ਜਿਹਨੂੰ ਕੁਝ ਪੈਸੇ ਦਿੱਤੇ ਜਾਣ ਉਹਦੇ ਕੋਲੋਂ ਕੁਝ ਲਿਆ ਜਾਏ। ਅਗਰ ਤੂੰ ਮੈਨੂੰ ਕੁਝ ਦੇਵੇਂਗਾ ਤੇ ਫਿਰ ਮੈਂ ਤੈਨੂੰ ਪੈਸੇ ਦੇਵਾਂਗਾ। ਉਸਨੇ ਕਿਹਾ ਵੀ ਮੇਰੇ ਕੋਲ ਦੇਣ ਵਾਸਤੇ ਚੀਜ਼ ਕੋਈ ਨਹੀਂ। ਤੇ ਉਹ ਅਮੀਰ ਆਦਮੀ ਨੇ ਵੀ ਉਹਨੂੰ ਕੁਛ ਨਾ ਦਿੱਤਾ ਤੇ ਆਪਣੀ ਟ੍ਰੇਨ ਤੇ ਬੈਠ ਕੇ ਤੇ ਚਲਾ ਗਿਆ। ਹੁਣ ਇਹ ਬਕਾਰੀ ਸੀ ਜਿਹੜਾ ਇਹ ਇਸ ਗੱਲ ਨੂੰ ਸੋਚਣ ਲੱਗ ਪਿਆ ਵੀ ਉਹ ਮੈਨੂੰ ਕੀ ਕਹਿ ਗਿਆ। ਬਕਾਰੀ ਨੇ ਸੋਚਿਆ ਵੀ ਮੈਨੂੰ ਜ਼ਰੂਰ ਜਿਹੜਾ ਨਾ ਮੁਸਾਫਰਾਂ ਨੂੰ ਕੁਛ ਦੇਣਾ ਚਾਹੀਦਾ। ਜਿਹੜਾ ਬੰਦਾ ਮੈਨੂੰ ਭੀਖ ਦੇਵੇ ਉਹਨੂੰ ਮੈਂ ਕੁਛ ਨਾ ਕੁਛ ਦੇਵਾਂ ਕਰਾਂ। ਬਕਾਰੀ ਇਸ ਸੋਚ ਦੇ ਵਿੱਚ ਪੈ ਗਿਆ ਵੀ ਮੈਂ ਕੀ ਦੇਵਾਂ, ਮੇਰੇ ਕੋਲ ਚੀਜ਼ ਮੌਜੂਦ ਕੋਈ ਨਹੀਂ। ਇਹ ਸੋਚਦਾ ਪਿਆ ਤੇ ਉਹਦੀ ਨਜ਼ਰ ਜਿਹੜੀ ਹੈ ਨਾ, ਜਿਹੜੇ ਸਟੇਸ਼ਨ ਤੇ ਪੌਦੇ ਤੇ ਗਮਲੇ ਲੱਗੇ ਹੁੰਦੇ ਨੇ ਜਾਂ ਛੋਟੇ ਛੋਟੇ ਪਾਰਕ ਬਗੀਚੇ ਬਣੇ ਹੁੰਦੇ ਨੇ, ਉਹਨਾਂ ਫੁੱਲਾਂ ਤੇ ਪੈ ਗਈ। ਉਹ ਫੁੱਲ ਜਿਹੜੇ ਨਾ ਖਿਲੇ ਸੀ। ਬਕਾਰੀ ਨੇ ਸੋਚਿਆ ਵੀ ਕਿਉਂ ਨਾ ਮੈਂ ਇਹ ਫੁੱਲ ਜਿਹੜੇ ਨੇ ਇਹ ਤੋੜ ਕੇ ਤੇ ਆਪਣੇ ਕੋਲ ਰੱਖ ਲਵਾਂ ਤੇ ਜਦੋਂ ਮੈਂ ਕਿਸੇ ਮੁਸਾਫਰ ਕੋਲ ਜਾ ਕੇ ਤੇ ਖੈਰਾਤ ਮੰਗਾ ਤੇ ਮੈਂ ਉਹਦੇ ਬਦਲੇ ਦੇ ਵਿੱਚ ਉਹਨੂੰ ਉਹ ਫੁੱਲ ਦੇ ਦੇਵਾਂ। ਉਹਦੇ ਦਿਲ ਦੇ ਵਿੱਚ ਇਹ ਗੱਲ ਆਈ ਤੇ ਇਸ ਗੱਲ ਨੇ ਮਜ਼ਬੂਤੀ ਪਕੜ ਲਈ। ਉਹ ਜਾ ਕੇ ਤੇ ਉਹ ਫੁੱਲ ਤੋੜਨ ਲੱਗ ਪਿਆ। ਉਹਨੇ ਫੁੱਲ ਤੋੜ ਕੇ ਆਪਣੇ ਕੋਲ ਰੱਖ ਲਿਆ ਤੇ ਇੱਕ ਨਵੇਂ ਮਨਸੂਬੇ ਦੇ ਮੁਤਾਬਕ ਭੀਖ ਵਾਲਾ ਕੰਮ ਉਹਨੇ ਸ਼ੁਰੂ ਕਰ ਦਿੱਤਾ। ਜਿਹੜੇ ਬੰਦੇ ਕੋਲ ਜਾ ਕੇ ਖੈਰਾਤ ਮੰਗਦਾ ਸੀ ਉਹ ਬੰਦਾ ਜਿਹੜਾ ਹੈ ਨਾ ਉਹਨੂੰ ਖੈਰਾਤ ਦਿੰਦਾ ਸੀ ਤੇ ਉਹਦੇ ਬਦਲੇ ਦੇ ਵਿੱਚ ਉਹ ਇੱਕ ਫੁੱਲ ਜਿਹੜਾ ਹੈ ਉਸ ਨੂੰ ਦੇ ਦਿੰਦਾ ਸੀ। ਇਹ ਕੰਮ ਹੁੰਦਾ ਜਿਹੜਾ ਹੈ ਨਾ ਪਹਿਲੇ ਦੀ ਨਿਸਬਤ ਜ਼ਿਆਦਾ ਚੱਲ ਪਿਆ। ਭੀਖ ਵੀ ਜ਼ਿਆਦਾ ਹੋ ਜਾਂਦੀ ਸੀ, ਪੈਸੇ ਉਹਨੂੰ ਦੇਣ ਵਾਲੇ ਲੋਕ ਅੱਗੇ ਨਾਲੋਂ ਵੱਧ ਗਏ ਸੀ। ਲੇਕਿਨ ਜਦੋਂ ਉਹਦੇ ਕੋਲ ਫੁੱਲ ਖਤਮ ਹੋ ਜਾਂਦੇ ਸੀ ਉਹਨੂੰ ਪੈਸਾ ਕੋਈ ਨਹੀਂ ਸੀ ਦਿੰਦਾ। ਇਸ ਤਰ੍ਹਾਂ ਹੀ ਉਹ ਇੱਕ ਦਿਨ ਟ੍ਰੇਨ ਦੇ ਉੱਤੇ ਚੜ੍ਹਿਆ ਤੇ ਫੁੱਲ ਜਿਹੜੇ ਨੇ ਉਹਦੇ ਕੋਲ ਸੀ ਉਹ ਹਰ ਮੁਸਾਫਰ ਨੂੰ ਇੱਕ ਫੁੱਲ ਦੇਵੇ ਕਰੇ ਤੇ ਉਹਦੇ ਕੋਲੋਂ ਖੈਰਾਤ ਦਾ ਮੁਤਾਲਬਾ ਕਰੇ ਕਰੇ। ਇੱਕ ਸਵਾਰੀ ਦੇ ਕੋਲ ਹੋ ਗਿਆ ਤੇ ਉਹਨੇ ਉਹਨੂੰ ਫੁੱਲ ਦਿੱਤਾ ਤੇ ਉਸ ਤੋਂ ਬਾਅਦ ਫਕੀਰ ਨੇ ਉਸ ਨੂੰ ਕਿਹਾ ਵੀ ਜਨਾਬ ਤੁਸੀਂ ਮੈਨੂੰ ਪਹਿਚਾਣਿਆ? ਮੁਸਾਫਰ ਨੇ ਕਿਹਾ ਵੀ ਮੈਂ ਤੈਨੂੰ ਪਹਿਚਾਣਿਆ ਨਹੀਂ ਦਾ। ਉਸਨੇ ਕਿਹਾ ਵੀ ਮੈਂ ਉਹ ਬਕਾਰੀ ਆ, ਸਟੇਸ਼ਨ ਤੇ ਤੁਹਾਡੇ ਨਾਲ ਮੁਲਾਕਾਤ ਹੋਈ ਸੀ ਤੇ ਤੁਸੀਂ ਮੈਨੂੰ ਕਿਹਾ ਸੀ ਵੀ ਮੈਂ ਉਹਨਾਂ ਚਿਰ ਕੋਈ ਪੈਸਾ ਤੈਨੂੰ ਨਹੀਂ ਦੇਣਾ ਜਿੰਨਾ ਚਿਰ ਬਦਲੇ ਦੇ ਵਿੱਚ ਤੂੰ ਕੋਈ ਨਾ ਕੋਈ ਚੀਜ਼ ਮੈਨੂੰ ਨਾ ਦੇ। ਤੇ ਅੱਜ ਮੈਂ ਫੁੱਲ ਲੈ ਕੇ ਆਇਆ ਤੇ ਇਹ ਫੁੱਲ ਮੈਂ ਤੁਹਾਨੂੰ ਦੇ ਰਿਹਾ ਤੇ ਇਹਦੇ ਬਦਲੇ ਦੇ ਵਿੱਚ ਤੁਸੀਂ ਮੈਨੂੰ ਖੈਰਾਤ ਦਿਓ। ਉਸਨੇ ਉਹਨੂੰ ਖੈਰਾਤ ਦਿੱਤੀ ਤੇ ਉਹ ਬੜਾ ਖੁਸ਼ ਹੋਇਆ। ਉਸਨੇ ਉਹਨੂੰ ਕਿਹਾ
ਵੀ ਤੂੰ ਅਜੇ ਆਪਣੇ ਆਪ ਨੂੰ ਬਕਾਰੀ ਸਮਝਣਾ ਹੈ, ਲੇਕਿਨ ਤੂੰ ਇੱਕ ਬਿਜ਼ਨਸਮੈਨ ਬਣ ਗਿਆ ਹੈ। ਆਪਣਾ ਬਕਾਰੀ ਵਾਲਾ ਲਬਾਦਾ ਖਤਮ ਕਰ ਦੇ ਤੇ ਤੂੰ ਬਿਜ਼ਨਸਮੈਨ ਹੈ, ਫੁੱਲਾਂ ਦਾ ਬਿਜ਼ਨਸ ਕਰਨਾ ਹੈ। ਇਹ ਗੱਲ ਕਰਕੇ ਤੇ ਜਦੋਂ ਬਕਾਰੀ ਨੇ ਇਹ ਗੱਲ ਸੁਣੀ ਉਹਦੇ ਕੋਲੋਂ ਤੇ ਉਹਦੇ ਅੰਦਰ ਇੱਕ ਤਹਿਰੀਕ ਪੈਦਾ ਹੋ ਗਈ ਵੀ ਮੈਂ ਵਾਕਈ ਬਿਜ਼ਨਸਮੈਨ ਆ। ਉਹ ਟ੍ਰੇਨ ਤੋਂ ਉਤਰਿਆ ਤੇ ਉਹਨੇ ਆਪਣੇ ਦਿਲ ਦੇ ਵਿੱਚੋਂ ਇਹ ਚੀਜ਼ ਕੱਢ ਦਿੱਤੀ ਵੀ ਮੈਂ ਬਕਾਰੀ ਹਾਂ, ਮੈਂ ਇੱਕ ਫਕੀਰ ਨਹੀਂ ਦਾ, ਮੈਂ ਇੱਕ ਬਿਜ਼ਨਸਮੈਨ ਆ, ਕਾਰੋਬਾਰੀ ਆਦਮੀ ਆ। ਉਹਨੇ ਉਹ ਫੁੱਲ ਜਿਹੜੇ ਨੇ ਉਹ ਤੋੜਨੇ ਕਰਨੇ, ਆਪਣੇ ਕੋਲ ਰੱਖਣੇ ਕਰਨੇ ਤੇ ਇੱਕ ਨਏ ਅੰਦਾਜ਼ ਦੇ ਨਾਲ ਫੁੱਲ ਜਾ ਕੇ ਉਹ ਮੁਸਾਫਿਰ ਨੂੰ ਦਿਖਾਉਂਦਾ ਸੀ ਵੀ ਇਹ ਫੁੱਲ ਜਿਹੜਾ ਇਹਦੀ ਕੀਮਤ ਇੰਨੀ ਹੈ, ਇਹ ਵੱਡਾ ਫੁੱਲ ਇਹਦੀ ਇੰਨੀ ਹੈ, ਇਸ ਗੁਲਦਸਤੇ ਦੀ ਇੰਨੀ ਕੀਮਤ। ਇਹ ਕੰਮ ਉਹਦਾ ਚੱਲ ਪਿਆ। ਉਹ ਲੋਕ ਜਿਹੜੇ ਨੇ ਉਹਦੇ ਕੋਲੋਂ ਫੁੱਲ ਖਰੀਦਦੇ ਸੀ ਤੇ ਉਹਨੂੰ ਅੱਛੇ ਖਾਸੇ ਪੈਸੇ ਦਿੰਦੇ ਸੀ। ਕੁਝ ਵਕਤ ਗੁਜ਼ਰ ਗਿਆ। ਇੱਕ ਦਿਨ ਉਹ ਟ੍ਰੇਨ ਦੇ ਉੱਤੇ ਚੜ੍ਹਿਆ ਤੇ ਉਹਨੂੰ ਉਹ ਜਿਹੜਾ ਬੰਦਾ ਸੀ ਨਾ, ਬਿਜ਼ਨਸਮੈਨ, ਜਿਹਨੇ ਇਹ ਕਿਹਾ ਸੀ ਵੀ ਮੈਂ ਜਿੰਨਾ ਚਿਰ ਕੋਈ ਚੀਜ਼ ਬਦਲੇ ਦੇ ਵਿੱਚ ਨਾ ਲਵਾਂ ਮੈਂ ਤੈਨੂੰ ਕੁਛ ਨਹੀਂ ਦੇਣਾ, ਉਹ ਵੀ ਬੰਦਾ ਉੱਤੇ ਚੜ੍ਹਿਆ ਸੀ। ਇਹ ਜਿਹੜਾ ਪਹਿਲਾ ਬੰਦਾ ਸੀ ਇਹਨੇ ਉਹਨੂੰ ਫਿਰ ਪਹਿਚਾਣ ਲਿਆ, ਉਹਦੇ ਨਾਲ ਜਾ ਕੇ ਸਲਾਮ ਲਿਆ ਤੇ ਉਹਨੂੰ ਕਿਹਾ ਵੀ ਮੈਨੂੰ ਪਹਿਚਾਣਿਆ ਤੁਸੀਂ? ਉਹਨੇ ਕਿਹਾ ਜੀ ਮੈਂ ਤੈਨੂੰ ਨਹੀਂ ਪਹਿਚਾਣਿਆ। ਉਹਨੇ ਕਿਹਾ ਮੈਂ ਉਹੀ ਬਕਾਰੀ ਹਾਂ ਜਿਹਨੂੰ 2 ਦਫਾ ਤੁਸੀਂ ਪਹਿਲੇ ਵੀ ਮਿਲ ਚੁੱਕੇ ਜੇ ਤੇ ਅੱਜ ਆਪਣੀ ਤੀਸਰੀ ਮੁਲਾਕਾਤ ਹੈ। ਤੇ ਉਸਨੇ ਕਿਹਾ ਵੀ ਇਸ ਟਾਈਮ ਮੈਂ ਫੁੱਲਾਂ ਦਾ ਬਿਜ਼ਨਸਮੈਨ ਆ ਤੇ ਬਿਜ਼ਨਸ ਬੜੇ ਅੱਛੇ ਤਰੀਕੇ ਨਾਲ ਕਰਨਾ, ਬਾਹਰ ਦੂਰ ਦਰਾਜ਼ ਸ਼ਹਿਰਾਂ ਦੇ ਵਿੱਚ ਵੀ ਜਾਣਾ, ਕਿਤੋਂ ਮੈਂ ਫੁੱਲ ਖਰੀਦਣਾ, ਕਿਤੇ ਫਰੋਖਤ ਕਰਨਾ ਤੇ ਅਲਹਮਦੁਲਿਲਾ ਮੇਰੇ ਕੋਲ ਇਸ ਟਾਈਮ ਗੱਡੀ ਵੀ ਹੈ ਤੇ ਮੇਰਾ ਬੜਾ ਹੀ ਅੱਛਾ ਕਾਰੋਬਾਰ ਹੈ। ਉਸ ਤੋਂ ਬਾਅਦ ਉਸ ਬੰਦੇ ਨੇ ਉਹਨੂੰ ਮਿਲ ਕੇ ਤੇ ਬੜੀ ਖੁਸ਼ੀ ਹੋਈ ਤੇ ਉਹਨੇ ਉਹਨੂੰ ਕਿਹਾ ਵੀ ਜਦੋਂ ਤੁਸੀਂ ਆਪਣੀ ਸੋਚ ਤਬਦੀਲ ਕਰ ਲਵੋਗੇ ਤੇ ਫਿਰ ਤੁਹਾਡਾ ਕਾਰੋਬਾਰ ਵੀ ਤਬਦੀਲ ਹੋ ਜਾਏਗਾ ਤੇ ਤੁਹਾਡੇ ਅੰਦਰ ਇੱਕ ਤਹਿਰੀਕ ਵੀ ਪੈਦਾ ਹੋ ਜਾਏਗੀ। ਜਿੰਨਾ ਚਿਰ ਤੂੰ ਸਮਝਦਾ ਰਿਹਾ ਵੀ ਮੈਂ ਇੱਕ ਫਕੀਰ ਹਾਂ, ਇੱਕ ਬਕਾਰੀ ਹਾਂ, ਮੁੱਦਤ ਹੋ ਗਈ ਤੇਰੀ 50 ਸਾਲ ਤੋਂ ਉੱਤੇ ਉਮਰ ਹੈ ਤੇ ਤੂੰ ਹਰ ਬੰਦੇ ਅੱਗੇ ਹੱਥ ਫੈਲਾਉਂਦਾ ਸੈਂ, ਉਹ ਕੋ ਰੁਪਿਆ 2 ਰੁਪਏ 10 ਰੁਪਏ ਤੇਰੀ ਤਲੀ ਦੇ ਉੱਤੇ ਰੱਖ ਦਿੰਦੇ ਸੀ ਤੇ ਸਾਰੀ ਜ਼ਿੰਦਗੀ ਤੂੰ ਇਹ ਕੱਢ ਲਈ ਤੇ ਮੈਂ ਜਿਹੜੀ ਗੱਲ ਤੈਨੂੰ ਦੱਸੀ ਇਹਦੇ ਨਾਲ ਤੇਰੇ ਅੰਦਰ ਇੱਕ ਤਹਿਰੀਕ ਪੈਦਾ ਹੋਈ ਤੇ ਅੱਜ ਤੂੰ ਜਿਹੜਾ ਬਿਜ਼ਨਸਮੈਨ ਬਣ ਗਿਆ। ਇਹ ਗੱਲ ਸੁਣਾਉਣ ਦਾ ਮਕਸਦ ਇਹ ਸੀ ਵੀ ਜਦੋਂ ਤੁਸੀਂ ਆਪਣੀ ਸੋਚ ਬਦਲੋਗੇ ਤੇ ਫਿਰ ਸੋਚ ਦੇ ਨਾਲ ਇੱਕ ਤਹਿਰੀਕ ਪੈਦਾ ਹੋਵੇਗੀ ਤੇ ਫਿਰ ਇਨਸ਼ਾਅੱਲਾ ਤੁਸੀਂ ਵੱਡੇ ਆਦਮੀ ਬਣ ਜਾਵੋਗੇ। अस्सलाम वालेकुम वरहमतुल्लाह।